आसा सास की दुखी ससुर की प्यारी, जेठ के नाम डरो रे। सखी सहेली ननद गहेली, देवर का बिरहे जरो रे। मेरी मत बोरी मैं राम बिसारो, किन बिद रहन रहो रे। सेजा रमत नैन नहीं पेखो, एहो दुख कासो कहो रे। रहाओ। वाहिगुरु जी का खालसा, वाहिगुरु जी की फतेह। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 482। ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀਓ ਕਾ 25ਵਾਂ ਬਚਨ। ਇਸ ਬਚਨ ਦੇ ਵਿੱਚ ਕਬੀਰ ਪਾਤਸ਼ਾਹ ਪਰਿਵਾਰਿਕ ਰਿਸ਼ਤਿਆਂ ਦੀ ਗੱਲ ਕਰਦਿਆਂ ਰੂਹਾਨੀਅਤ ਦੀ ਗੱਲ ਕਰਦੇ ਹਨ। ਸੋ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੋ ਰੇ। ਸਖੀ ਸਹੇਲੀ ਨਨਦ ਗਹੇਲੀ, ਦੇਵਰ ਕਾ ਬਿਰਹਾ ਜਰੋ ਰੇ। ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੋ ਰੇ। ਸੱਸ ਤੋਂ ਭਾਵ ਅਵਿਦਿਆ ਅਥਵਾ ਮਾਇਆ ਹੈ, ਅਤੇ ਸਹੁਰੇ ਤੋਂ ਭਾਵ ਇੱਥੇ ਸਰੀਰ ਦਾ ਮੋਹ ਅਥਵਾ ਦੇਹ ਦਿਆਸ, ਅਤੇ ਜੇਠ ਤੋਂ ਭਾਵ ਮੌਤ ਅਥਵਾ ਧਰਮਰਾਜ ਹੈ। ਸੋ ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਅਰਥਾਤ ਕਿ ਮੈਂ ਜੀਵ ਰੂਪੀ ਇਸਤਰੀ ਜਿੱਥੇ ਇੱਕ ਪਾਸੇ ਅਵਿਦਿਆ ਰੂਪੀ ਸੱਸ ਦੀ ਦੁਖੀ ਕੀਤੀ ਹੋਈ ਹਾਂ, ਅਤੇ ਦੇਹ ਦਿਆਸ ਰੂਪੀ ਸਹੁਰੇ ਦੀ ਪਿਆਰੀ ਹਾਂ, ਉੱਥੇ ਦੂਜੇ ਪਾਸੇ ਮਾਰੇ ਕਹਿੰਦੇ ਜੇਠ ਕੇ ਨਾਮ ਡਰੋ ਰੇ। ਅਰਥਾਤ ਕਿ ਮੈਂ ਧਰਮਰਾਜ ਰੂਪੀ ਜੇਠ ਦਾ ਨਾਮ ਸੁਣ ਕੇ ਹੀ ਡਰ ਜਾਂਦੀ ਹਾਂ। ਕਹਿੰਦੇ ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੋ ਰੇ। ਸਖੀ ਸਹੇਲੀ ਨਨਦ ਗਹੇਲੀ, ਦੇਵਰ ਕਾ ਬਿਰਹਾ ਜਰੋ ਰੇ। ਜਿੱਥੋਂ ਤੱਕ ਸਖੀ ਸਹੇਲੀ ਦਾ ਸੰਬੰਧ ਉਹ ਤਾਂ ਸਤਸੰਗੀ ਜਾਨ ਨੇ, ਗੁਰਮੁਖ ਗੁਰੂ ਪਿਆਰੇ। ਔਰ ਨਣਦਾਂ ਜਾਂ ਨਣਾਨਾ ਪਤਾ ਕੌਣ ਨੇ? ਸਾਡੀਆਂ ਇੰਦਰੀਆਂ। ਸੋ ਮਹਾਰਾਜ ਕਹਿੰਦਾ ਸਖੀ ਸਹੇਲੀ ਨਨਦ ਗਹੇਲੀ, ਅਰਥਾਤ ਕਿ ਮੇਰੀ ਉਹ ਸਖੀਓ ਸਹੇਲੀਓ, ਭਾਵ ਕਿ ਸਤਸੰਗੀ ਜਨੋ ਗੁਰਮੁਖੋ ਗੁਰੂ ਪਿਆਰਿਓ। ਨਨਦ ਗਹੇਲੀ ਅਰਥਾਤ ਕਿ ਮੈਂ ਆਪਣੀਆਂ ਇੰਦਰੀਆਂ ਰੂਪ ਨਣਦਾਂ ਦੀ ਕਾਬੂ ਕੀਤੀ ਹੋਈ ਹਾਂ। ਜਿਵੇਂ ਨਣਦਾਂ ਆਪਣੀ ਧੌਂਸਲੇ ਰੱਖਦੀਆਂ ਸਨ ਆਪਣੀਆਂ ਭਰਜਾਈਆਂ ਨੂੰ, ਇਵੇਂ ਇੰਦਰੀਆਂ ਭਾਈ ਜੀਵ ਰੂਪੀ ਇਸਤਰੀ ਨੂੰ ਆਪਣੇ ਨਿਯੰਤਰਣ ਕਾਬੂ ਦੇ ਵਿੱਚ ਰੱਖਦੀਆਂ ਨੇ ਸਖੀ ਸਹੇਲੀ ਨਣਦ ਗਹੇਲੀ। ਅਤੇ ਮਹਾਰਾਜ ਕਹਿੰਦੇ ਦੇਵਰ ਕਾ ਬਿਰਹਾ ਜਰੋ ਰੇ। ਦੇਵਰ ਤੋਂ ਭਾਵ ਇੱਥੇ ਗਿਆਨ ਅਥਵਾ ਵਿਰਾਗ ਨੂੰ ਕਹਿੰਦੇ ਨੇ। ਦੇਵਰ ਕਾ ਬਿਰਹਾ ਜਰੋ ਰੇ ਅਰਥਾਤ ਕਿ ਮੈਂ ਆਪਣੇ ਗਿਆਨ ਅਥਵਾ ਵਿਰਾਗ ਰੂਪੀ ਦੇਵਰ ਦੇ ਵਿਯੋਗ ਦੇ ਵਿੱਚ ਹਰ ਵਕਤ ਸੜਦੀ ਹੀ ਰਹਿੰਦੀ ਹਾਂ। ਸੋ ਅਗਰ ਹੋ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ ਨੇ, ਕਹਿੰਦਾ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ, ਕਿਨ ਬਿਦ ਰਹਿਨ ਰਹੋ ਰੇ। ਸੇਜਾ ਰਮਤ ਨੈਨ ਨਹੀਂ ਪੇਖੋ, ਇਹੋ ਦੁਖ ਕਾਸੋ ਕਹੋ ਰੇ। ਰਹਾਓ। ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ, ਅਰਥਾਤ ਕਿ ਮੇਰੀ ਮਤ ਝੱਲੀ ਹੋ ਗਈ ਹੈ, ਕਿਉਂਕਿ ਮੈਂ ਉਸ ਰਮੇ ਰਾਮ ਨੂੰ ਆਪਣੀ ਮਤ ਦੇ ਵਿੱਚੋਂ ਵਿਸਾਰ ਹੀ ਛੱਡਿਆ। ਸਾਰੇ ਤਾਂ ਮੇਰੇ ਚੇਤੇ 'ਚ ਨੇ, ਪਰ ਮੇਰਾ ਖਸਮ ਮੇਰੇ ਚੇਤੇ 'ਚ ਹੀ ਨਹੀਂ। ਸੋ ਮਹਾਰਾਜ ਕਹਿੰਦੇ ਕਿਨ ਬਿਦ ਰਹਿਨ ਰਹੋ ਰੇ। ਅਰਥਾਤ ਕਿ ਹੁਣ ਭਲਾ ਕਿਹੜੀ ਵਿਧੀ ਦੇ ਨਾਲ ਸਹਿਜ ਰੂਪੀ ਸਹੁਰੇ ਘਰ ਦੇ ਵਿੱਚ ਰਹਿਣਾ ਕਰਾਂ ਆਪਣੇ ਪਤੀ ਨੂੰ ਵਿਸਾਰ ਕੇ, ਭਾਵ ਕਿ ਆਪਣੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਆਪਣੀ ਮਤ ਦੇ ਵਿੱਚ ਵਿਸਾਰ ਕੇ ਉਸਦੇ ਦੇਸ਼ ਦੇ ਵਿੱਚ ਰਹਿਣਾ ਭਾਈ ਸੰਭਵ ਨਹੀਂ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ, ਕਿਨ ਬਿਦ ਰਹਿਨ ਰਹੋ ਰੇ। ਸੇਜਾ ਰਮਤ ਨੈਨ ਨਹੀਂ ਪੇਖੋ, ਇਹੋ ਦੁਖ ਕਾਸੋ ਕਹੋ ਰੇ। ਰਹਾਓ। ਸੇਜਾ ਰਮਤ ਨੈਨ ਨਹੀਂ ਪੇਖੋ, ਅਰਥਾਤ ਕਿ ਬੇਸ਼ੱਕ ਉਹ ਅਕਾਲ ਪੁਰਖ ਵਾਹਿਗੁਰੂ ਮੇਰੀ ਹਿਰਦੇ ਰੂਪੀ ਸੇਜ ਉੱਪਰ ਪ੍ਰਗਟ ਹੋ ਕੇ ਮੈਨੂੰ ਰਮਤ ਅਰਥਾਤ ਭੋਗਦਾ ਤਾਂ ਹੈ,
ਪਰੰਤੂ ਫੇਰ ਵੀ ਮੈਂ ਉਸ ਨੂੰ ਆਪਣੀ ਸੁਰਤੀ ਵਾਲੀ ਨੇਤਰਾਂ ਦੇ ਨਾਲ ਦੇਖ ਨਹੀਂ ਸਕਦੀ, ਨੈਣ ਨਹੀਂ ਪੇਖਾ। ਔਰ ਮਾਰੇ ਕਹਿੰਦੇ ਨੇ ਇਹ ਦੁੱਖ ਕਾਸੋ ਕਹੋ ਰੇ ਰਹਾਓ, ਅਰਥਾਤ ਕਿ ਮੈਂ ਭਲਾ ਆਪਣਾ ਇਹ ਦੁੱਖੜਾ ਕਿਹਦੇ ਅੱਗੇ ਜਾ ਕੇ ਕਹਿਣਾ ਕਰਾਂ। ਜ਼ਿਕਰਯੋਗ ਹੈ ਕਿ ਪੁਰਾਤਨ ਸਮਿਆਂ ਦੇ ਵਿੱਚ ਕਿੰਨਾ ਕਿੰਨਾ ਚਿਰ ਇਸਤਰੀਆਂ ਆਪਣੇ ਪਤੀ ਨੂੰ ਭੋਗਣ ਦੇ ਬਾਵਜੂਦ ਵੀ ਉਹਨਾਂ ਦੇ ਦਰਸ਼ਨ ਨਹੀਂ ਸੀ ਕਰਦੀਆਂ ਹੁੰਦੀਆਂ, ਇੰਨੀ ਸੰਗ ਸ਼ਰਮ ਲੱਜਾ ਰੱਖੀ ਜਾਂਦੀ ਸੀ। ਸੋ ਕਈ ਵਾਰੀ ਸਾਧਕ ਦੇ ਜੀਵਨ ਦੇ ਵਿੱਚ ਵੀ ਐਸੀ ਅਵਸਥਾ ਬਣਦੀ, ਉਸ ਨੂੰ ਰਸਤਾ ਆਉਂਦਾ ਹੈ ਪਰ ਹਰੀ ਦੇ ਦਰਸ਼ਨ ਨਹੀਂ ਹੁੰਦੇ। ਸੋ ਇਸੇ ਕਰਕੇ ਮਾਰੇ ਕਹਿ ਰਹੇ ਨੇ ਸੇਜਾ ਰਮਤ ਨੈਣ ਨਹੀਂ ਪੇਖੋ, ਇਹੋ ਦੁੱਖ ਕਾਸੋ ਕਹੋ ਰੇ ਰਹਾਓ। ਸੋ ਵਿਸ਼ਰਾਮ ਦੇ ਕੇ ਅੱਗੋਂ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ। ਕਹਿੰਦੇ ਬਾਪ ਸਾਵਕਾ ਕਰੈ ਲੜਾਈ, ਮਾਇਆ ਸਦ ਮਤਵਾਰੀ, ਵੱਡੇ ਭਾਈ ਕਾ ਜਬ ਸੰਗ ਹੋਤੀ, ਤਬ ਹੋ ਨਾ ਪਿਆਰੀ। ਬਾਪ ਸਾਵਕਾ ਕਰੈ ਲੜਾਈ, ਅਰਥਾਤ ਸਾਵਕਾ ਬਾਪ ਤੋਂ ਭਾਵ ਪਿਛਲਾ ਪੇਕੇ ਘਰ ਦਾ ਬਾਪ, ਭਾਵ ਕਿ ਪੂਰਬਲੇ ਜਨਮਾਂ ਦੇ ਵਿੱਚ ਕੀਤੇ ਹੋਏ ਕਰਮਾਂ ਜਾਂ ਸੰਸਕਾਰਾਂ ਤੋਂ ਬਣਿਆ ਹੋਇਆ ਭਾਗ ਅਥਵਾ ਮੁਕੱਦਰ ਜਾਂ ਸਾਡਾ ਸੁਭਾਅ ਜਿਹੜਾ ਸਦਾ ਲੜਾਈ ਕਰਦਾ ਹੀ ਰਹਿੰਦਾ ਸਾਡੇ ਨਾਲ। ਅਤੇ ਮਾਇਆ ਤੋਂ ਭਾਵ ਸਾਡੀ ਮੱਤ ਰੂਪੀ ਮਾਤਾ, ਭਾਵ ਕਿ ਮਾਇਆ ਦੇ ਮੋਹ 'ਚ ਗਲਤਾਨ ਹੋਈ ਸਾਡੀ ਮੱਤ ਜਿਹੜੀ ਹੈ। ਸੋ ਮਹਾਰਾਜ ਕਹਿੰਦੇ ਬਾਪ ਸਾਵਕਾ ਕਰੈ ਲੜਾਈ, ਅਰਥਾਤ ਕਿ ਮੇਰਾ ਮੁਕੱਦਰ ਰੂਪੀ ਸਾਵਕਾ ਬਾਪ, ਮੇਰਾ ਭਾਗ, ਮੇਰਾ ਕਿਰਤ ਹੁਣ ਮੇਰੇ ਨਾਲ ਝਗੜਦਾ ਹੀ ਰਹਿੰਦਾ ਹੈ। ਅਤੇ ਮਹਾਰਾਜ ਕਹਿੰਦੇ ਮਾਇਆ ਸਦ ਮਤਵਾਰੀ, ਅਰਥਾਤ ਕਿ ਜਿੱਥੋਂ ਤੱਕ ਮੇਰੀ ਮਾਤ ਰੂਪੀ ਮਾਤਾ ਦਾ ਸੰਬੰਧ ਹੈ ਨਾ, ਉਹ ਤਾਂ ਹਰ ਵਕਤ ਮਾਇਆ ਦੇ ਮੋਹ 'ਚ ਮਤਵਾਲੀ, ਭਾਵ ਕਿ ਨਸ਼ੇ ਦੇ ਵਿੱਚ ਚੂਰ ਹੀ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਜਿਵੇਂ ਕਿਸੇ ਲੜਕੀ ਦੇ ਵਿਆਹ ਤੋਂ ਉਪਰੰਤ ਉਸਦੇ ਪਿਤਾ ਦੁਆਰਾ ਉਸਦੀ ਪੇਕੇ ਘਰ ਦੇ ਕੰਮਾਂ ਦੇ ਵਿੱਚ ਸ਼ਮੂਲੀਅਤ ਬਰਦਾਸ਼ਤ ਨਹੀਂ ਨਾ ਕੀਤੀ ਜਾਂਦੀ, ਉਵੇਂ ਮਹਾਰਾਜ ਕਹਿੰਦੇ ਉੱਧਰਲੇ ਇਲਾਕਿਆਂ 'ਚ ਕਬੀਰ ਜੀ ਦੇ ਇਲਾਕਿਆਂ ਦੇ ਵਿੱਚ ਇਸਤਰੀਆਂ ਵੀ ਕਈ ਵਾਰ ਨਸ਼ਿਆਂ ਦਾ ਸੇਵਨ ਕਰਿਆ ਕਰਦੀਆਂ ਸਨ, ਤਾੜੀ ਵਗੈਰਾ ਦੀ ਸ਼ਰਾਬ ਪੀਂਦੀਆਂ ਸਨ। ਤਾਂ ਹੀ ਮਹਾਰਾਜਾ ਬਿੰਬ ਵਰਤ ਰਹੇ ਨੇ। ਕਹਿੰਦੇ ਬਾਪ ਸਾਵਕਾ ਕਰੈ ਲੜਾਈ, ਮਾਇਆ ਸਦ ਮਤਵਾਰੀ, ਵੱਡੇ ਭਾਈ ਕਾ ਜਬ ਸੰਗ ਹੋਤੀ, ਤਬ ਹੋ ਨਾ ਪਿਆਰੀ। ਵੱਡੇ ਭਾਈ ਕਾ ਜਬ ਸੰਗ ਹੋਤੀ, ਅਰਥਾਤ ਕਿ ਜਿੰਨਾ ਚਿਰ ਤਾਂ ਮੈਂ ਆਪਣੇ ਵੱਡੇ ਭਾਈ ਅਥਵਾ ਗਿਆਨ ਦੇ ਨਾਲ ਹੁੰਦੀ ਹਾਂ ਨਾ, ਉਹਨਾਂ ਚਿਰ ਮਾਰੇ ਕਹਿੰਦੇ ਤਬ ਹੋ ਨਾ ਪਿਆਰੀ, ਅਰਥਾਤ ਕਿ ਉਹਨਾਂ ਚਿਰ ਤਾਂ ਮੈਂ ਆਪਣੇ ਨਾਂ ਅਰਥਾਤ ਖਸਮ ਨੂੰ ਪਿਆਰੀ ਹੁੰਦੀ ਹਾਂ। ਜਿਵੇਂ ਭਰਾਵਾਂ ਵਾਲੀ ਦਾ ਸਹੁਰੇ ਘਰ ਦੇ ਵਿੱਚ ਬੜਾ ਕਦਰ ਹੁੰਦਾ ਨਾ, ਭਰਾ ਤੋਂ ਭਾਵ ਇੱਥੇ ਗਿਆਨ ਹੈ। ਮਹਾਰਾਜ ਗਿਆਨ ਨੂੰ ਹੀ ਅਸਲ ਦੇ ਵਿੱਚ ਧਰਮ ਕਹਿੰਦੇ ਨੇ। ਜਹਾਂ ਗਿਆਨ ਤੈ ਧਰਮ ਹੈ, ਜਹਾਂ ਝੂਠ ਤੈ ਪਾਪ, ਜਹਾਂ ਲੋਭ ਤੈ ਕਾਲ ਹੈ, ਜਹਾਂ ਖਿਮਾ ਤੈ ਆਪ। ਸੋ ਜਿੰਨਾ ਚਿਰ ਮੈਂ ਆਪਣੇ ਵੱਡੇ ਭਾਈ ਅਥਵਾ ਗਿਆਨ ਦੇ ਨਾਲ ਹੁੰਦੀ, ਉਹਨਾਂ ਚਿਰ ਮੈਂ ਆਪਣੇ ਖਸਮ ਨੂੰ ਪਿਆਰੀ ਹੁੰਦੀ ਹੈ। ਸੋ ਅੰਤਮ ਤੀਸਰੇ ਪਦੇ 'ਚ ਮਹਾਰਾਜ ਕਿਰਪਾ ਕਰਨ ਲੱਗੇ ਨੇ ਅੱਗੋਂ ਆਪਣੇ ਬਚਨ ਦੇ। ਕਹਿੰਦੇ ਕਹਿਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਧਿਆ, ਮੈਂ ਰਾਮ ਰਮਤ ਸੁਖ ਪਾਇਆ। ਕਹਿਤ ਕਬੀਰ ਪੰਚ ਕੋ ਝਗੜਾ, ਅਰਥਾਤ ਕਿ ਕਹਿੰਦੇ ਹਨ ਕਬੀਰ ਪਾਤਸ਼ਾਹ ਕਿ ਅਸਲ ਦੇ ਵਿੱਚ ਭਾਈ ਇਹ ਝਗੜਾ ਸਾਰਾ ਪੰਜਾਂ ਵਿਕਾਰਾਂ ਦਾ ਹੀ ਹੈ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦਾ ਹੀ ਝਗੜਾ ਹੈ ਜਗਤ ਦੇ ਵਿੱਚ ਜਿੰਨੀਆਂ ਵੀ ਲੜਾਈਆਂ ਫਸਾਦ ਨੇ। ਔਰ ਮਹਾਰਾਜ ਕਹਿੰਦੇ ਝਗੜਤ ਜਨਮ ਗਵਾਇਆ, ਅਰਥਾਤ ਕਿ ਇਹਨਾਂ ਦੇ ਪ੍ਰਭਾਵ ਸਦਕਾ ਝਗੜਦਿਆਂ ਹੀ ਸਾਰੇ ਜੀਵਾਂ ਨੇ ਆਪਣਾ ਅਮੋਲਕ ਜਨਮ ਗਵਾ ਲਿਆ ਹੈ। ਕਹਿੰਦੇ ਝੂਠੀ ਮਾਇਆ ਸਭ ਜਗ ਬਾਧਿਆ, ਮੈਂ ਰਾਮ ਰਮਤ ਸੁਖ ਪਾਇਆ, ਅਰਥਾਤ ਕਿ ਇਸ ਝੂਠੀ ਮਾਇਆ ਨੇ, ਠਗਣੀ ਮਾਇਆ ਨੇ, ਛਲਣੀ ਮਾਇਆ ਨੇ ਸਾਰੇ ਜੱਗ ਨੂੰ, ਸਾਰੇ ਸੰਸਾਰ ਨੂੰ ਆਪਣੇ ਮੋਹ ਦੇ ਬੰਧਨਾਂ 'ਚ ਬੰਨਿਆ ਹੋਇਆ, ਜਕੜਿਆ ਹੋਇਆ ਹੈ। ਔਰ ਮਹਾਰਾਜ ਕਹਿੰਦੇ ਮੈਂ ਰਾਮ ਰਮਤ ਸੁਖ ਪਾਇਆ, ਅਰਥਾਤ ਕਿ ਕਬੀਰ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਭਾਈ ਮੈਂ ਤਾਂ ਉਸ ਰਮੇ ਹੋਏ ਰਾਮ ਨੂੰ ਰਮ ਕੇ ਅਰਥਾਤ ਸਿਮਰ ਕੇ ਸੁਖ ਪਾਉਣਾ ਕੀਤਾ ਹੈ। ਕਹਿੰਦੇ ਕਹਿਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਧਿਆ, ਮੈਂ ਰਾਮ ਰਮਤ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।